ਮਰਨ ਰੁੱਤ ਕਹਾਣੀ ਦੇ ਛੋਟੇ ਪ੍ਰਸ਼ਨ ਉੱਤਰ। ਮਰਨ ਰੁੱਤ ਕਹਾਣੀ ਕਿਸ ਦੀ ਲਿਖੀ ਹੋਈ ਹੈ? ਦਲੀਪ ਕੌਰ ਟਿਵਾਣਾ। ਮਰਨ ਰੁੱਤ ਕਹਾਣੀ ਦੇ ਪਾਤਰਾਂ ਦੇ ਨਾਮ ਲਿਖੋ ਅਤੇ ਦੱਸੋ ਕਿ ਇਸ ਦਾ ਮੁੱਖ ਪਾਤਰ ਕੌਣ ਹੈ। ਰਚਨਾ ਦੀ ਮਾਂ, ਰਚਨਾ ਦਾ ਮੰਗੇਤਰ ਅਰਵਿੰਦ ਤੇ ਸੁਸ਼ਮਾ ਮਰਨ ਰੁੱਤ ਕਹਾਣੀ ਦੇ ਪਾਤਰ ਹਨ। ਰਚਨਾ ਇਸ ਕਹਾਣੀ ਦੀ ਮੁੱਖ ਪਾਤਰ ਹੈ। ਰਚਨਾ ਨੂੰ ਕੀ ਸੁਪਨਾ ਆਇਆ ਸੀ? ਰਚਨਾ ਨੂੰ ਸੁਪਨਾ ਆਇਆ ਸੀ ਕਿ ਉਸਦੇ ਪੈਰ ਉੱਤੇ ਸੱਪ ਲੜ ਗਿਆ ਹੈ। ਰਚਨਾ ਸਾਉਣ ਦੇ ਮਹੀਨੇ ਬਾਰੇ ਕੀ ਸੋਚ ਰਹੀ ਸੀ? ਰਚਨਾ ਸੋਚ ਰਹੀ ਸੀ ਕਿ ਸਾਉਣ ਦੇ ਮਹੀਨੇ ਵਿੱਚ ਬੱਦਲ ਵਰ੍ਹਦੇ ਹਨ, ਫੁੱਲ ਖਿੜਦੇ ਹਨ, ਸਾਰੀ ਬਨਸਪਤੀ ਮੌਲਦੀ ਹੈ, ਪੀਂਘਾਂ ਪੈਂਦੀਆਂ ਹਨ, ਪੂੜੇ ਪੱਕਦੇ ਹਨ, ਤੀਆਂ ਦੇ ਬਹਾਨੇ ਭਰਾ ਭੈਣਾਂ ਨੂੰ ਸਹੁਰਿਆਂ ਤੋਂ ਲੈਣ ਜਾਂਦੇ ਹਨ ਤੇ ਇਸੇ ਮਹੀਨੇ ਹੀ ਸੱਪ ਬਹੁਤੇ ਹੁੰਦੇ ਹਨ। ਮਰਨ ਰੁੱਤ ਕਹਾਣੀ ਵਿੱਚ ਕਿਹੜੇ-ਕਿਹੜੇ ਜਾਨਵਰਾਂ ਦੇ ਨਾਂ ਆਏ ਹਨ? ਸੱਪ, ਕੁੱਤੇ, ਬਿੱਲੀ ਤੇ ਚਿੜੀ। ਰਚਨਾ ਨੇ ਅਰਵਿੰਦ ਦੇ ਕਮਰੇ ਵਿੱਚ ਕਿਸ ਨੂੰ ਦੇਖਿਆ? ਸੁਸ਼ਮਾ ਨੂੰ। ਅਰਵਿੰਦ ਕੌਣ ਸੀ? ਅਰਵਿੰਦ ਰਚਨਾ ਦਾ ਮੰਗੇਤਰ ਸੀ, ਪਰ ਉਹ ਧੋਖੇਬਾਜ਼ ਤੇ ਬੇਵਫਾ ਸੀ। ਉਸਦੇ ਸੰਬੰਧ ਆਪਣੇ ਦਫ਼ਤਰ ਦੀ ਸਟੈਨੋ ਸੁਸ਼ਮਾ ਨਾਲ ਸਨ। ਅਰਵਿੰਦ ਦੇ ਕਮਰੇ ਵਿੱਚ ਰਾਤ ਸੁਸ਼ਮਾ ਨੂੰ ਠਹਿਰੀ ਦੇਖ ਕੇ ਰਚਨਾ ਨੂੰ ਬਹੁਤ ਧੱਕਾ ਲੱਗਦਾ ਹੈ। ਰਚਨਾ ਦਾ ਚਰਿੱਤਰ ਚਿਤਰਨ ਕਰੋ। ਰਚਨਾ ਮਰਨ ਰੁੱਤ ਕਹਾਣੀ ਦੀ ਮੁੱਖ ਪਾਤਰ ਹੈ। ਉਹ ਅਰਵਿੰਦ ਨਾਲ ਮੰਗੀ ਹੋਈ ਸੀ। ਉਸਨੂੰ ਰਾਤੀ ਆਪਣੇ ਪੈਰ ਉੱਤੇ ਸੱਪ ਲੜਨ ਦਾ ਸੁਪਨਾ ਆਉਂਦਾ ਹੈ, ਜਿਸ ਕਰਕੇ ਉਹ ਪਰੇਸ਼ਾਨ ਹੁੰਦੀ ਹੈ। ਉਹ ਕਾਲਜ ਜਾਣ ਦੀ ਥਾਂ ਸਵੇਰੇ-ਸਵੇਰੇ ਅਰਵਿੰਦ ਕੋਲ ਪਹੁੰਚਦੀ ਹੈ, ਪਰ ਉਸ ਨਾਲ ਰਾਤੀ ਸੁਸ਼ਮਾ ਨੂੰ ਠਹਿਰੀ ਦੇਖ ਕੇ ਉਸਦਾ ਦਿਲ ਟੁੱਟ ਜਾਂਦਾ ਹੈ ਤੇ ਉਸਨੂੰ ਆਪਣੇ ਮਨ ਉੱਤੇ ਮਰਨ ਰੁੱਤ ਆਈ ਜਾਪਦੀ ਹੈ। ਉਹ ਵਾਲਾਂ ਦੇ ਸ਼ਿੰਗਾਰ ਦੀ ਸ਼ੌਕੀਨ ਸੀ ਤੇ ਅਖ਼ਬਾਰ ਪੜ੍ਹਨ ਵਿੱਚ ਵੀ ਦਿਲਚਸਪੀ ਲੈਂਦੀ ਹੈ। ਮਰਨ ਰੁੱਤ ਕਹਾਣੀ ਦਾ ਵਿਸ਼ਾ ਕੀ ਹੈ? ਮਰਨ ਰੁੱਤ ਕਹਾਣੀ ਦਾ ਵਿਸ਼ਾ ਇਸਤਰੀ ਮਨ ਦੀ ਉਸ ਸਮੇਂ ਦੀ ਅਵਸਥਾ ਹੈ ਜਦੋਂ ਉਹ ਆਪਣੇ ਮੰਗੇਤਰ ਲਈ ਚਾਵਾਂ ਤੇ ਕੋਮਲ ਭਾਵਾਂ ਨਾਲ ਭਰੀ ਹੁੰਦੀ ਹੈ, ਪਰ ਉਸਨੂੰ ਕਿਸੇ ਹੋਰ ਨਾਲ ਰੰਗ ਰਲੀਆਂ ਮਨਾਉਂਦਾ ਦੇਖ ਕੇ ਉਸਦਾ ਦਿਲ ਟੁੱਟ ਜਾਂਦਾ ਹੈ। ਵਿਸ਼ਾ ਮਨੋਵਿਗਿਆਨਕ ਹੈ। ਮਰਨ ਰੁੱਤ ਕਹਾਣੀ ਦਾ ਉਦੇਸ਼ ਕੀ ਹੈ? ਮਰਨ ਰੁੱਤ ਕਹਾਣੀ ਦਾ ਉਦੇਸ਼ ਇਹ ਦੱਸਣਾ ਹੈ ਕਿ ਇਸਤਰੀ ਆਪਣੇ ਮੰਗੇਤਰ ਜਾਂ ਪਤੀ ਦੇ ਕਿਸੇ ਹੋਰ ਇਸਤਰੀ ਨਾਲ ਸੰਬੰਧ ਬਰਦਾਸ਼ਤ ਨਹੀਂ ਕਰ ਸਕਦੀ। ਕੀ ਮਰਨ ਰੁੱਤ ਕਹਾਣੀ ਦਾ ਇਹ ਸਿਰਲੇਖ ਢੁਕਵਾਂ ਹੈ? ਮਰਨ ਰੁੱਤ ਕਹਾਣੀ ਦਾ ਇਹ ਸਿਰਲੇਖ ਇਸਦੇ ਵਿਸ਼ੇ ਦੇ ਆਧਾਰ 'ਤੇ ਰੱਖਿਆ ਗਿਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਔਰਤ ਜਦੋਂ ਆਪਣੇ ਮੰਗੇਤਰ ਜਾਂ ਪਤੀ ਨੂੰ ਕਿਸੇ ਹੋਰ ਇਸਤਰੀ ਨਾਲ ਰੰਗਰਲੀਆਂ ਮਨਾਉਂਦਾ ਦੇਖਦੀ ਹੈ ਤਾਂ ਇਹ ਸਥਿਤੀ ਉਸ ਲਈ ਮਰਨ ਰੁੱਤ ਵਰਗੀ ਹੁੰਦੀ ਹੈ। ਦਲੀਪ ਕੌਰ ਟਿਵਾਣਾ ਦੀਆਂ ਕਿਸੇ ਦੋ ਕਹਾਣੀਆਂ ਦੇ ਨਾਮ? ਮਰਨ ਰੁੱਤ, ਰੱਬ ਤੇ ਰੁੱਤਾਂ। ਮਾਈ ਸੱਧਰਾਂ ਕਹਾਣੀ ਦੇ ਛੋਟੇ ਪ੍ਰਸ਼ਨ ਉੱਤਰ। ਮਾਈ ਸੱਧਰਾਂ ਕਹਾਣੀ ਦਾ ਲੇਖਕ? ਬੂਟਾ ਸਿੰਘ। ਮਾਈ ਸੱਧਰਾਂ ਕਹਾਣੀ ਦੇ ਪਾਤਰਾਂ ਦੇ ਨਾਮ ਲਿਖੋ ਤੇ ਦੱਸੋ ਕਿ ਇਸਦਾ ਮੁੱਖ ਪਾਤਰ ਕੌਣ ਹੈ। ਮਾਈ ਸੱਧਰਾਂ, ਉਸਦੀ ਨੂੰਹ ਜੋਮਾ, ਇੱਕ ਬੁੱਢਾ ਤੇ ਚੌਂਕੀਦਾਰ ਆਦਿ ਇਸ ਕਹਾਣੀ ਦੇ ਪਾਤਰ ਹਨ। ਮਾਈ ਸੱਧਰਾਂ ਇਸ ਕਹਾਣੀ ਦੀ ਮੁੱਖ ਪਾਤਰ ਹੈ। ਮਾਈ ਸੱਧਰਾਂ ਕਹਾਣੀ ਦੀਆਂ ਘਟਨਾਵਾਂ ਕਿਹੜੇ ਮਹੀਨੇ ਵਿੱਚ ਕਦੋਂ ਵਾਪਰਦੀਆਂ ਹਨ? ਪੋਹ ਦੀ ਅਤੀ ਠੰਡ ਰਾਤ ਸਮੇਂ। ਮਾਈ ਸੱਧਰਾਂ ਕੀ ਕੰਮ ਕਰਦੀ ਸੀ? ਮਾਈ ਸੱਧਰਾਂ ਰਾਤ ਵੇਲੇ ਦਿੱਲੀ ਰੇਲਵੇ ਸਟੇਸ਼ਨ ਦੇ ਯਾਰਡ ਵਿੱਚੋਂ ਚੋਰੀ ਕੋਲਾ ਚੁਗਣ ਦਾ ਕੰਮ ਕਰਦੀ ਸੀ। ਕੋਲਾ ਚੁਗਦੀ ਹੋਈ ਮਾਈ ਸੱਧਰਾਂ ਰੇਲਵੇ ਦੇ ਵੱਖ-ਵੱਖ ਮੁਲਾਜ਼ਮਾਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੀ ਸੀ? ਮਾਈ ਸੱਧਰਾਂ ਨੂੰ ਰੇਲਵੇ ਯਾਰਡ ਵਿੱਚੋਂ ਕੋਲਾ ਚੁਗਦਿਆਂ ਕਈ ਸਾਲ ਬੀਤ ਗਏ ਸਨ। ਉਹ ਚੱਪੇ-ਚੱਪੇ ਦੀ ਵਾਕਫ ਸੀ। ਉਹ ਜਾਣਦੀ ਸੀ ਕਿ ਜੇਕਰ ਵਾਚਮੈਨ ਉਸਦੇ ਪਿੱਛੇ ਭੱਜੇ ਤਾਂ ਉਸਨੇ ਕੋਲਾ ਕਿੱਥੇ ਲੁਕਾਉਣਾ ਹੈ ਤੇ ਉਹ ਚੱਪੇ-ਚੱਪੇ ਦੀ ਵਾਕਫ ਸੀ। ਉਹ ਜਾਣਦੀ ਸੀ ਕਿ ਜੇਕਰ ਵਾਚਮੈਨ ਉਸਦੇ ਪਿੱਛੇ ਭੱਜੇ ਤਾਂ ਉਸਨੇ ਕੋਲਾ ਕਿੱਥੇ ਲੁਕਾਉਣਾ ਹੈ ਤੇ ਆਪ ਕਿੱਥੇ ਲੁਕਣਾ ਹੈ। ਜੇਕਰ ਫੜੀ ਜਾਵੇ ਤਾਂ ਵਾਚਮੈਨ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ, ਹੌਲਦਾਰ ਮਿਲ ਜਾਵੇ ਤਾਂ ਉਸ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਹੈ, ਕਲੀਨਰ ਨੂੰ ਕਿਵੇਂ ਦੁਰਕਾਰਨਾ ਹੈ ਤੇ ਫਿੱਟਰ ਨਾਲ ਕਿਵੇਂ ਹੱਸ-ਹੱਸ ਕੇ ਗੱਲਾਂ ਕਰਨੀਆਂ ਹਨ। ਰੇਲਵੇ ਮੁਲਾਜ਼ਮ ਮਾਈ ਸੱਧਰਾਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਸਨ। ਕਈ ਰੇਲਵੇ ਮੁਲਾਜ਼ਮ ਆਨਾ-ਦੁਆਨੀ ਲੈ ਕੇ ਮਾਈ ਸੱਧਰਾਂ ਨੂੰ ਕੋਲਾ ਚੁਗਣ ਦਿੰਦੇ ਸਨ। ਇਹ ਲੋਕ ਸੱਧਰਾਂ ਨੂੰ ਚੰਗੇ ਲੱਗਦੇ ਸਨ, ਪਰ ਬਹੁਤੇ ਇਮਾਨਦਾਰ ਬੁਰੇ। ਉਹ ਕਿਸੇ ਗੱਲ ਨਾਲ ਰੱਜਦੇ ਹੀ ਨਹੀਂ। ਉਹ ਕਹਿੰਦੇ ਹਨ ਕਿ ਜੋ ਕੁਝ ਪੱਲੇ ਹੈ ਦੇ ਦਿਓ, ਜੇ ਕੁਝ ਨਹੀਂ ਤਾਂ ਗੱਡੀ ਵਿੱਚ ਆ ਕੇ ਗੱਲ ਸੁਣਨ ਲਈ ਕਹਿੰਦੇ ਹਨ। ਮਾਈ ਸੱਧਰਾਂ ਉਹਨਾਂ ਨੂੰ ਕੁੱਤੇ ਕਮੀਨੇ ਆਖਦੀ ਸੀ, ਜਿਨ੍ਹਾਂ ਨੂੰ ਮਾਂ, ਧੀ ਜਾਂ ਬੁੱਢੀ ਜਵਾਨ ਦੀ ਸ਼ਰਮ ਨਹੀਂ ਸੀ। ਪਰ ਹੁਣ ਬੁੱਢੀ ਹੋ ਜਾਣ ਕਰਕੇ ਉਸ ਵੱਲ ਕੋਈ ਵੇਖਦਾ ਵੀ ਨਹੀਂ ਸੀ। ਬੁਦਨ ਕੌਣ ਸੀ? ਬੁਦਨ ਮਾਈ ਸੱਧਰਾਂ ਦਾ ਪੁੱਤਰ ਸੀ, ਜਿਸਨੂੰ ਉਸਨੇ ਪਤੀ ਦੀ ਮੌਤ ਮਗਰੋਂ ਆਪਣੇ ਧਨ ਵੇਚ ਕੇ ਪਾਲਿਆ, ਨੌਕਰੀ ਉੱਤੇ ਲਵਾਇਆ ਤੇ ਫਿਰ ਵਿਆਹਿਆ ਸੀ।
ਉਸਦੇ ਇੱਕ ਬੱਚਾ ਵੀ ਸੀ। ਬੁਦਨ ਬਿਮਾਰ ਰਹਿੰਦਾ ਸੀ ਅਤੇ ਮਾਈ ਸੱਧਰਾਂ ਦਾ ਸਾਰਾ ਪੈਸਾ ਉਸਦੀ ਬਿਮਾਰੀ ਉੱਤੇ ਲੱਗ ਗਿਆ ਸੀ। ਮਾਈ ਸੱਧਰਾਂ ਦਾ ਪਤੀ ਕਿਹੋ ਜਿਹਾ ਆਦਮੀ ਸੀ? ਮਾਈ ਸੱਧਰਾਂ ਦਾ ਪਤੀ ਉਸਨੂੰ ਬਹੁਤ ਪਿਆਰ ਕਰਦਾ ਸੀ ਅਤੇ ਹਰ ਤਰ੍ਹਾਂ ਉਸਦਾ ਧਿਆਨ ਰੱਖਦਾ ਸੀ। ਉਹ ਉਸਨੂੰ ਇਕੱਲੀ ਨਾ ਰਹਿਣ ਦਿੰਦਾ ਅਤੇ ਕਹਿੰਦਾ ਉਹ ਕੋਈ ਫਿਕਰ ਨਾ ਕਰੇ, ਖਾਣ ਪੀਣ ਦਾ ਪ੍ਰਬੰਧ ਉਹ ਆਪ ਕਰੇਗਾ, ਉਸਦੀ ਤਨਖਾਹ ਬਥੇਰੀ ਹੈ। ਉਹ ਉਸਨੂੰ ਮੌਜਾਂ ਲੈਣ ਲਈ ਕਹਿੰਦਾ। ਕੁਰਬਾਨ ਅਲੀ ਸ਼ਾਹ ਕੌਣ ਸੀ? ਕੁਰਬਾਨ ਅਲੀ ਸ਼ਾਹ ਮਾਈ ਸੱਧਰਾਂ ਤੋਂ ਜਾਨ ਵਾਰਦਾ ਸੀ ਅਤੇ ਉਸਨੂੰ ਪੈਸੇ ਦੀ ਤੰਗੀ ਨਹੀਂ ਸੀ ਆਉਣ ਦਿੰਦਾ। ਉਸਦੇ ਉਸ ਨਾਲ ਨਾਜਾਇਜ਼ ਸਬੰਧ ਸਨ। ਨੱਥਾ ਸਿੰਘ ਤਾਂ ਕਹਿੰਦਾ ਹੁੰਦਾ ਸੀ ਕਿ ਉਹ ਕੁਰਬਾਨ ਅਲੀ ਸ਼ਾਹ ਨਾਲ ਨਿਕਾਹ ਕਰ ਲਵੇ, ਪਰ ਉਹ ਬ੍ਰਾਹਮਣ ਹੋਣ ਕਰਕੇ ਆਪਣਾ ਧਰਮ ਭ੍ਰਿਸ਼ਟ ਕਰਨਾ ਨਾ ਮੰਨੀ। ਹੁਣ ਕੁਰਬਾਨ ਅਲੀ ਸ਼ਾਹ ਪਾਕਿਸਤਾਨ ਜਾ ਚੁੱਕਾ ਸੀ। ਮਾਈ ਸੱਧਰਾਂ ਦੇ ਸੱਟ ਕਿਸ ਤਰ੍ਹਾਂ ਲੱਗੀ? ਰੇਲਵੇ ਯਾਰਡ ਵਿੱਚ ਸੋਚਾਂ ਸੋਚਦੀ ਤੇ ਤੁਰੀ ਜਾਂਦੀ ਮਾਈ ਸੱਧਰਾਂ ਦਾ ਪੈਰ ਟੋਏ ਵਿੱਚ ਜਾ ਪਿਆ ਅਤੇ ਉਹ ਮੁੱਧੇ ਮੂੰਹ ਡਿੱਗ ਪਈ। ਉਸਦੇ ਗੋਡੇ ਦਾ ਕੜਾਕਾ ਨਿਕਲ ਗਿਆ। ਲੋਹੇ ਦੀ ਇੱਕ ਪੱਤਰੀ ਉਸਦੀ ਤਲੀ ਵਿੱਚ ਖੁੱਭਣ ਨਾਲ ਲਹੂ ਵਗਣ ਲੱਗਾ। ਉਸ ਲਈ ਉੱਠਣਾ ਮੁਸ਼ਕਿਲ ਹੋ ਗਿਆ। ਉੱਧਰੋਂ ਦਿਨ ਚੜ੍ਹਨ ਨਾਲ ਚੌਕੀਦਾਰ ਵੀ ਜਾਗ ਪਏ ਅਤੇ ਉਹ ਖਾਲੀ ਹੱਥ ਝੁੱਗੀ ਵਿੱਚ ਪਹੁੰਚੀ। ਮਾਈ ਸੱਧਰਾਂ ਨੂੰ ਖਾਲੀ ਹੱਥ ਆਈ ਦੇਖ ਕੇ ਉਸਦੀ ਨੂੰਹ ਨੇ ਗੁੱਸੇ ਵਿੱਚ ਕੀ ਕਿਹਾ? ਮਾਈ ਸੱਧਰਾਂ ਨੂੰ ਖਾਲੀ ਹੱਥ ਪਰਤੀ ਦੇਖ ਕੇ ਉਸਦੀ ਨੂੰਹ ਜੋਮਾ ਗੁੱਸੇ ਵਿੱਚ ਉਸਨੂੰ ਬੁਰਾ ਭਲਾ ਬੋਲਦੀ ਹੋਈ ਕਹਿ ਰਹੀ ਸੀ ਕਿ ਉਹ ਉਸਨੂੰ ਸ਼ਰਮ ਦੀ ਗੱਲ ਕਹਿੰਦੀ ਹੋਈ ਚੁਗਣ ਨਹੀਂ ਜਾਣ ਦਿੰਦੀ, ਜਿਸ ਕਰਕੇ ਭੁੱਖੇ ਮਰਨਾ ਪੈਂਦਾ ਹੈ। ਜੋਮਾ ਨੇ ਜਦੋਂ ਕੋਲੇ ਦਾ ਭਰਿਆ ਗੱਟਾ ਲਿਆ ਕੇ ਰੱਖਿਆ ਤਾਂ ਮਾਈ ਸੱਧਰਾਂ ਨੂੰ ਗਸ਼ੀ ਕਿਉਂ ਪੈ ਗਈ? ਮਾਈ ਸੱਧਰਾਂ ਨੂੰ ਗਸ਼ੀ ਇਹ ਸੋਚ ਕੇ ਪੈ ਗਈ ਕਿ ਜੋਮਾ ਨੂੰ ਕੋਲਾ ਕਿਸੇ ਰੇਲਵੇ ਮੁਲਾਜ਼ਮ ਦੁਆਰਾ ਉਸਦੇ ਸਰੀਰ ਦਾ ਸ਼ੋਸ਼ਣ ਕਰਨ ਬਦਲੇ ਹੀ ਮਿਲਿਆ ਹੋਵੇਗਾ, ਕਿਉਂਕਿ ਉਸਦੇ ਵਾਲ ਖਿਲਰੇ ਹੋਏ ਸਨ, ਅੱਖਾਂ ਭਰੀਆਂ ਸਨ ਅਤੇ ਕਮੀਜ਼ ਪਾਟੀ ਹੋਈ ਸੀ। ਜੋਮਾ ਕੌਣ ਸੀ? ਜੋਮਾ ਮਾਈ ਸੱਧਰਾਂ ਦੀ ਨੂੰਹ ਅਤੇ ਬਿਮਾਰ ਬੁਦਨ ਦੀ ਪਤਨੀ ਸੀ। ਉਸਦਾ ਇੱਕ ਮੁੰਡਾ ਵੀ ਸੀ। ਮਾਈ ਸੱਧਰਾਂ ਉਸਨੂੰ ਸ਼ਰਮ ਦੀ ਗੱਲ ਕਹਿ ਕੇ ਕੋਲਾ ਚੁਗਣ ਨਹੀਂ ਸੀ ਜਾਣ ਦਿੰਦੀ, ਪਰ ਜਦੋਂ ਸੱਟ ਲੱਗਣ ਕਾਰਨ ਮਾਈ ਸੱਧਰਾਂ ਕੋਲਾ ਨਾ ਲਿਆ ਸਕੀ ਤਾਂ ਇਹ ਗੁੱਸੇ ਵਿੱਚੋਂ ਉਹ ਕੰਮ ਕਰਨ ਤੁਰ ਪਈ ਜਿਸ ਤੋਂ ਉਹ ਉਸਨੂੰ ਰੋਕਦੀ ਸੀ। ਫਲਸਰੂਪ ਉਸਨੂੰ ਆਪਣੀ ਇੱਜ਼ਤ ਗੁਆ ਕੇ ਹੀ ਕੋਲਾ ਮਿਲਦਾ ਹੈ। ਉਹ ਗੁੱਸੇਖੋਰ, ਦੁਖੀ ਅਤੇ ਗਾਲੀ ਗਲੋਚ ਕਰਨ ਵਾਲੀ ਸੀ। ਮਾਈ ਸੱਧਰਾਂ ਦਾ ਚਰਿੱਤਰ ਚਿਤਰਣ। ਮਾਈ ਸੱਧਰਾਂ ਕਹਾਣੀ ਦੀ ਮੁੱਖ ਪਾਤਰ ਹੈ। ਪਤੀ ਦੇ ਮਰਨ ਮਗਰੋਂ ਉਹ ਰੇਲਵੇ ਯਾਰਡ ਵਿੱਚੋਂ ਕੋਲਾ ਚੋਰੀ ਚੁੱਕ ਕੇ ਗੁਜ਼ਾਰਾ ਕਰਦੀ ਸੀ ਅਤੇ ਇਸ ਬਦਲੇ ਉਸਨੂੰ ਰੇਲਵੇ ਮੁਲਾਜ਼ਮਾਂ ਦੀ ਹਵਸ ਦਾ ਸ਼ਿਕਾਰ ਹੋਣਾ ਪੈਂਦਾ ਸੀ। ਇਸ ਸਿਲਸਿਲੇ ਵਿੱਚ ਉਸਦੇ ਕੁਰਬਾਨ ਅਲੀ ਸ਼ਾਹ ਨਾਲ ਨਾਜਾਇਜ਼ ਸਬੰਧ ਸਨ। ਉਸਦਾ ਪੁੱਤਰ ਬੁਦਨ ਬਿਮਾਰ ਰਹਿੰਦਾ ਸੀ ਅਤੇ ਉਸਦੇ ਪੈਸੇ ਉਸਦੀ ਬਿਮਾਰੀ 'ਤੇ ਲੱਗ ਗਏ ਸਨ। ਉਹ ਨਹੀਂ ਸੀ ਚਾਹੁੰਦੀ ਕਿ ਉਸਦੀ ਨੂੰਹ ਕੋਲਾ ਚੁਗਣ 'ਤੇ ਇਸ ਇੱਜ਼ਤ ਗੁਆਉਣ ਦੇ ਰਾਹ ਤੁਰੇ, ਪਰ ਜਦੋਂ ਉਹ ਤੁਰ ਹੀ ਪਈ ਤਾਂ ਇਹ ਬਹੁਤ ਦੁਖੀ ਹੁੰਦੀ ਹੈ। ਉਂਝ ਉਹ ਗੁਰਬਤ ਦੀ ਸ਼ਿਕਾਰ, ਬਦਕਿਸਮਤ, ਚੋਰੀ ਕਰਨ ਵਾਲੀ, ਆਪਣੇ ਕੰਮ ਵਿੱਚ ਤਾਕ ਅਤੇ ਸਰੀਰ ਵੇਚਣ ਵਾਲੀ ਇਸਤਰੀ ਸੀ। ਮਾਈ ਸੱਧਰਾਂ ਕਹਾਣੀ ਦਾ ਵਿਸ਼ਾ। ਮਾਈ ਸੱਧਰਾਂ ਕਹਾਣੀ ਦਾ ਵਿਸ਼ਾ ਰੇਲਵੇ ਯਾਰਡ ਵਿੱਚੋਂ ਕੋਲਾ ਚੁਰਾ ਕੇ ਗੁਜ਼ਾਰਾ ਕਰਨ ਵਾਲੀ ਇੱਕ ਔਰਤ ਦੇ ਗੁਰਬਤ ਤੇ ਜ਼ਲਾਲਤ ਭਰੇ ਜੀਵਨ ਦੇ ਨਾਲ ਹੀ ਰੇਲਵੇ ਕਰਮਚਾਰੀਆਂ ਦੇ ਭ੍ਰਿਸ਼ਟ ਜੀਵਨ ਦੀ ਝਾਕੀ ਪੇਸ਼ ਕਰਨਾ ਹੈ। ਮਾਈ ਸੱਧਰਾਂ ਕਹਾਣੀ ਦਾ ਉਦੇਸ਼। ਮਾਈ ਸੱਧਰਾਂ ਕਹਾਣੀ ਦਾ ਉਦੇਸ਼ ਰੇਲਵੇ ਕਰਮਚਾਰੀਆਂ ਦੇ ਭ੍ਰਿਸ਼ਟ ਜੀਵਨ ਬਾਰੇ ਜਾਣਕਾਰੀ ਦੇਣਾ ਹੈ। ਕੀ ਮਾਈ ਸੱਧਰਾਂ ਕਹਾਣੀ ਦਾ ਇਹ ਸਿਰਲੇਖ ਢੁਕਵਾਂ ਹੈ? ਮਾਈ ਸੱਧਰਾਂ ਕਹਾਣੀ ਦਾ ਇਹ ਸਿਰਲੇਖ ਇਸਦੀ ਮੁੱਖ ਪਾਤਰ ਦੇ ਨਾਂ ਦੇ ਆਧਾਰ 'ਤੇ ਰੱਖਿਆ ਹੋਣ ਕਰਕੇ ਢੁਕਵਾਂ ਹੈ। ਆਪਣੀ ਆਪਣੀ ਸੀਮਾ ਕਹਾਣੀ ਦੇ ਛੋਟੇ ਪ੍ਰਸ਼ਨ ਉੱਤਰ। ਆਪਣੀ ਆਪਣੀ ਸੀਮਾ ਕਹਾਣੀ ਦਾ ਲੇਖਕ ਜਸਵੰਤ ਸਿੰਘ ਵਿਰਤੀ। ਆਪਣੀ ਆਪਣੀ ਸੀਮਾ ਕਹਾਣੀ ਦੇ ਪਾਤਰਾਂ ਦੇ ਨਾਂ ਲਿਖੋ ਅਤੇ ਦੱਸੋ ਕਿ ਇਸਦਾ ਮੁੱਖ ਪਾਤਰ ਕੌਣ ਹੈ। ਮੈਂ ਪਾਤਰ ਦਰਸ਼ੀ। ਮੈਂ ਪਾਤਰ ਇਸ ਕਹਾਣੀ ਦਾ ਮੁੱਖ ਪਾਤਰ ਹੈ। ਜਦੋਂ ਕਹਾਣੀਕਾਰ ਘਰ ਪਹੁੰਚਦਾ ਹੈ ਤਾਂ ਦਰਸ਼ੀ ਕੀ ਕਰਦੀ ਹੈ? ਜਦੋਂ ਕਹਾਣੀਕਾਰ ਘਰ ਪਹੁੰਚਦਾ ਹੈ ਤਾਂ ਦਰਸ਼ੀ ਦਾ ਗੁਲਾਬੀ ਚਿਹਰਾ ਮਧੁਰ ਮੁਸਕਣੀ ਨਾਲ ਉਸਦਾ ਸਵਾਗਤ ਕਰਦਾ ਹੈ। ਉਹ ਘਰ ਦੀ ਸਫਾਈ ਦਾ ਕੰਮ ਕਰ ਰਹੀ ਹੁੰਦੀ ਹੈ ਜਾਂ ਸੀਨ ਪਰੋਣ ਦੇ ਕੰਮ ਵਿੱਚ, ਜਿਵੇਂ ਕੰਮ ਤੋਂ ਬਗੈਰ ਉਸਦਾ ਜੀਵਨ ਸਾਰਥਕ ਨਾ ਹੋਵੇ। ਉਹ ਸਾਰੇ ਕੰਮ ਛੱਡ ਕੇ ਆਪਣੇ ਪਤੀ ਨੂੰ ਪਿਆਰ ਵਿਗੁੱਤੇ ਪੋਟਿਆਂ ਨਾਲ ਛੂੰਹਦੀ ਅਤੇ ਉਸਦੇ ਕੱਪੜਿਆਂ ਨੂੰ ਕੀਲੀ 'ਤੇ ਟੰਗਦੀ ਹੈ, ਜਿਸ ਤੋਂ ਕਹਾਣੀਕਾਰ ਨੂੰ ਬਹੁਤ ਹੀ ਆਨੰਦ ਪ੍ਰਾਪਤ ਹੁੰਦਾ ਹੈ। ਕਹਾਣੀਕਾਰ ਔਰਤਾਂ ਦੀ ਨੌਕਰੀ ਦਾ ਵਿਰੋਧ ਕਰਦਿਆਂ ਆਪਣੀ ਪਤਨੀ ਦਰਸ਼ੀ ਨੂੰ ਕੀ ਕਹਿੰਦਾ ਹੈ? ਕਹਾਣੀਕਾਰ ਕਹਿੰਦਾ ਹੈ ਕਿ ਔਰਤਾਂ ਦਾ ਨੌਕਰੀ ਕਰਨਾ ਬਹੁਤ ਖਤਰਨਾਕ ਹੈ। ਅੱਜ ਕੱਲ੍ਹ ਨੌਕਰੀ ਪੇਸ਼ਾ ਔਰਤਾਂ ਦੀ ਹਾਲਤ ਬਹੁਤ ਬੁਰੀ ਹੈ। ਉਹ ਉਸਨੂੰ ਅਜਿਹੀ ਖਬਰ ਵੀ ਝਟਕਾਰੇ ਲੈ ਕੇ ਸੁਣਾਉਂਦਾ ਹੈ ਜਿਸ ਵਿੱਚ ਕਿਸੇ ਨੌਕਰੀ ਪੇਸ਼ਾ ਔਰਤ ਦੇ ਆਪਣੇ ਦਫ਼ਤਰ ਦੇ ਕਿਸੇ ਅਸਿਸਟੈਂਟ ਦੇ ਪ੍ਰੇਮ ਬੰਧਨ ਵਿੱਚ ਫਸਣ ਦੀ ਗੱਲ ਹੁੰਦੀ ਹੈ ਅਤੇ ਕਹਿੰਦਾ ਹੈ ਕਿ ਓਨਾ ਚਿਰ ਵਿਗਿਆਨ ਦੀ ਸਾਰੀ ਤਰੱਕੀ ਬੇਕਾਰ ਹੈ ਜਿੰਨਾ ਚਿਰ ਔਰਤ ਦੀ ਜ਼ਿੰਦਗੀ ਵਿੱਚ ਆਚਰਣ ਦੀ ਪਵਿੱਤਰਤਾ ਅਤੇ ਦ੍ਰਿੜਤਾ ਨਹੀਂ ਆਉਂਦੀ।
ਦਰਸ਼ੀ ਨੇ ਕਿਹੜਾ ਕੋਰਸ ਕੀਤਾ ਸੀ? ਐਮਬੋਇਡਰੀ ਡਿਜ਼ਾਈਨਿੰਗ। ਕਹਾਣੀਕਾਰ ਆਪਣੀ ਪਤਨੀ ਦਰਸ਼ੀ ਦੁਆਰਾ ਨੌਕਰੀ ਕਰਨ ਦਾ ਵਿਰੋਧ ਕਿਉਂ ਕਰਦਾ ਹੈ? ਕਹਾਣੀਕਾਰ ਆਪਣੀ ਪਤਨੀ ਦਰਸ਼ੀ ਦੁਆਰਾ ਨੌਕਰੀ ਕਰਨ ਦੀ ਗੱਲ ਦਾ ਇਸ ਕਰਕੇ ਵਿਰੋਧ ਕਰਦਾ ਹੈ ਕਿਉਂਕਿ ਉਸਨੂੰ ਡਰ ਸੀ ਕਿ ਨੌਕਰੀ ਪ੍ਰਾਪਤ ਕਰਕੇ ਕਿਤੇ ਉਸ ਵਿੱਚ ਇੰਨਾ ਸਵੈਮਾਨ ਨਾ ਆ ਜਾਵੇ ਕਿ ਉਹ ਉਸਦੇ ਜੀਵਨ ਉੱਤੇ ਹਾਵੀ ਹੋ ਜਾਵੇ ਅਤੇ ਉਸਦੀ ਸ਼ਖਸੀਅਤ ਹੇਠਾਂ ਦਬ ਜਾਵੇ। ਦਰਸ਼ੀ ਦੇ ਇਸਤਰੀ ਦੇ ਨੌਕਰੀ ਕਰਨ ਸੰਬੰਧੀ ਕੀ ਵਿਚਾਰ ਸਨ? ਦਰਸ਼ੀ ਸਮਝਦੀ ਸੀ ਕਿ ਜਿੰਨਾ ਚਿਰ ਔਰਤ ਨੌਕਰੀ ਨਹੀਂ ਕਰਦੀ ਉਸ ਵਿੱਚ ਸਵੈਮਾਨ ਦਾ ਜਜ਼ਬਾ ਆ ਹੀ ਨਹੀਂ ਸਕਦਾ। ਆਪਣੀ ਸੀਮਾ ਕਹਾਣੀ ਦੇ ਵਾਰਤਾਲਾਪਾਂ ਬਾਰੇ ਆਪਣੇ ਵਿਚਾਰ ਲਿਖੋ। ਆਪਣੀ ਸੀਮਾ ਕਹਾਣੀ ਦੇ ਵਾਰਤਾਲਾਪ ਨਿੱਕੇ ਚੁਸਤ ਤਰਕਪੂਰਨ ਰੋਚਕ ਯਥਾਰਥਕ ਤੇ ਮਨੋਵਿਗਿਆਨਿਕ ਹਨ। ਇਸ ਕਹਾਣੀ ਦੇ ਪਾਤਰਾਂ ਦੇ ਚਰਿੱਤਰ ਉਘਾੜਦੇ ਤੇ ਨਿਖੇੜਦੇ ਹਨ ਤੇ ਕਹਾਣੀ ਦੇ ਕਥਾਨਕ ਦਾ ਵਿਕਾਸ ਕਰਨ ਵਿੱਚ ਵੀ ਸਹਾਈ ਹਨ। ਮੈਂ ਪਾਤਰ ਦਾ ਚਰਿੱਤਰ ਚਿਤਰਣ। ਮੈਂ ਪਾਤਰ ਆਪਣੀ ਸੀਮਾ ਕਹਾਣੀ ਦਾ ਮੁੱਖ ਪਾਤਰ ਹੈ। ਦਰਸ਼ੀ ਉਸਦੀ ਪਤਨੀ ਹੈ। ਉਹ ਆਪਣੀ ਪਤਨੀ ਦੀ ਸਵੈਧੀਨਤਾ ਤੋਂ ਡਰਨ ਵਾਲਾ, ਨਿਰਾਰਥਕ ਦਲੀਲਾਂ ਦੇਣ ਵਾਲਾ, ਝੂਠੀਆਂ ਤਸੱਲੀਆਂ ਦੇਣ ਵਾਲਾ ਤੇ ਮਰਦ ਪ੍ਰਧਾਨ ਸਮਾਜ ਵਾਲੇ ਪਰੰਪਰਾਵਾਦੀ ਵਿਚਾਰਾਂ ਦਾ ਧਾਰਨੀ ਹੈ। ਦਰਸ਼ੀ ਦਾ ਚਰਿੱਤਰ ਚਿਤਰਣ। ਦਰਸ਼ੀ ਆਪਣੀ ਸੀਮਾ ਕਹਾਣੀ ਦੀ ਮਹੱਤਵਪੂਰਨ ਪਾਤਰ ਹੈ। ਮੈਂ ਪਾਤਰ ਉਸਦਾ ਪਤੀ ਹੈ। ਉਹ ਖੂਬਸੂਰਤ ਤੇ ਮਿੱਠਾ ਬੋਲਣ ਵਾਲੀ ਹੈ। ਉਹ ਕੰਮ ਵਿੱਚ ਰੁੱਝੀ ਰਹਿੰਦੀ ਹੈ। ਉਸਨੇ ਐਮਬੋਇਡਰੀ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੈ ਤੇ ਉਹ ਨੌਕਰੀ ਕਰਕੇ ਸਵੈਧੀਨਤਾ ਵਾਲਾ ਜੀਵਨ ਜਿਉਣਾ ਚਾਹੁੰਦੀ ਹੈ। ਆਪਣੇ ਪਤੀ ਦੁਆਰਾ ਰੁਕਾਵਟਾਂ ਖੜ੍ਹੀਆਂ ਕਰਨ ਦੇ ਬਾਵਜੂਦ ਉਹ ਨੌਕਰੀ ਪ੍ਰਾਪਤ ਕਰ ਲੈਂਦੀ ਹੈ। ਆਪਣੀ ਸੀਮਾ ਕਹਾਣੀ ਦਾ ਵਿਸ਼ਾ ਵਸਤੂ ਕੀ ਹੈ? ਆਪਣੀ ਸੀਮਾ ਕਹਾਣੀ ਦਾ ਵਿਸ਼ਾ ਵਸਤੂ ਪੜ੍ਹੀ ਲਿਖੀ ਇਸਤਰੀ ਦੀ ਨੌਕਰੀ ਪ੍ਰਾਪਤ ਕਰਕੇ ਸਵੈਧੀਨ ਹੋਣ ਦੀ ਇੱਛਾ ਤੇ ਮਰਦ ਪ੍ਰਧਾਨ ਸਮਾਜ ਦੇ ਪਰੰਪਰਾਵਾਦੀ ਵਿਚਾਰਾਂ ਵਾਲੇ ਪਤੀ ਦੁਆਰਾ ਉਸਦੀ ਨੌਕਰੀ ਪ੍ਰਾਪਤ ਕਰਕੇ ਉਸ ਉੱਤੇ ਹਾਵੀ ਹੋਣ ਦੇ ਡਰ ਕਰਕੇ ਉਸਦੀ ਇੱਛਾ ਦਾ ਵਿਰੋਧ ਕਰਨ ਤੋਂ ਪੈਦਾ ਹੋਇਆ ਤਣਾਅ ਹੈ। ਕਹਾਣੀ ਦਾ ਇਹ ਵਿਸ਼ਾ ਯਥਾਰਥਕ ਤੇ ਮਨੋਵਿਗਿਆਨਿਕ ਹੈ। ਆਪਣੀ ਸੀਮਾ ਕਹਾਣੀ ਦਾ ਉਦੇਸ਼ ਕੀ ਹੈ? ਆਪਣੀ ਸੀਮਾ ਕਹਾਣੀ ਦਾ ਉਦੇਸ਼ ਇਹੋ ਦਰਸਾਉਣਾ ਹੈ ਕਿ ਅਜੋਕੀ ਪੜ੍ਹੀ ਲਿਖੀ ਇਸਤਰੀ ਦੇ ਮਨ ਵਿੱਚ ਨੌਕਰੀ ਪ੍ਰਾਪਤ ਕਰਕੇ ਸਵੈਧੀਨਤਾ ਭਰਿਆ ਜੀਵਨ ਜਿਉਣ ਦੀ ਇੱਛਾ ਪ੍ਰਬਲ ਹੈ ਤੇ ਕਿਸੇ ਸ਼ਕਤੀ ਨੂੰ ਉਸਦੇ ਰਾਹ ਵਿੱਚ ਅੜਿੱਕਾ ਨਹੀਂ ਬਣਨਾ ਚਾਹੀਦਾ। ਆਪਣੀ ਸੀਮਾ ਕਹਾਣੀ ਦਾ ਸਿਰਲੇਖ ਢੁਕਵਾਂ ਕਿਵੇਂ ਹੈ? ਆਪਣੀ ਸੀਮਾ ਕਹਾਣੀ ਵਿੱਚ ਕਹਾਣੀਕਾਰ ਨੇ ਅਜੋਕੇ ਪੜ੍ਹੇ ਲਿਖੇ ਪਰਿਵਾਰਕ ਜੀਵਨ ਵਿੱਚ ਇਸਤਰੀ ਮਰਦ ਦੇ ਰਿਸ਼ਤੇ ਵਿੱਚ ਪੈਦਾ ਹੋਏ ਤਣਾਅ ਵਿੱਚ ਮਰਦ ਤੇ ਇਸਤਰੀ ਦੋਹਾਂ ਦੇ ਪੱਖਾਂ ਨੂੰ ਪੇਸ਼ ਕੀਤਾ ਹੈ ਜੋ ਕਿ ਉਹਨਾਂ ਦੋਹਾਂ ਦੀ ਆਪਣੀ ਸੀਮਾ ਨਿਰਧਾਰਿਤ ਕਰਦੇ ਹਨ, ਜਿਸ ਦੇ ਆਧਾਰ ਤੇ ਰੱਖਿਆ ਇਸ ਕਹਾਣੀ ਦਾ ਇਹ ਸਿਰਲੇਖ ਢੁਕਵਾਂ ਹੈ। ਜਸਵੰਤ ਸਿੰਘ ਵਿਰਦੀ ਦੀਆਂ ਕਿਸੇ ਦੋ ਕਹਾਣੀਆਂ ਦੇ ਨਾਮ। ਆਪਣੀ ਸੀਮਾ, ਤਾਰੇ ਤੋੜਨਾ। ਮੈਨੂੰ ਟੈਗੋਰ ਬਣਾ ਦੇ ਮਾਂ ਕਹਾਣੀ ਦੇ ਛੋਟੇ ਪ੍ਰਸ਼ਨ ਉੱਤਰ। ਮੈਨੂੰ ਟੈਗੋਰ ਬਣਾ ਦੇ ਮਾਂ ਕਹਾਣੀ ਦਾ ਲੇਖਕ ਕੌਣ ਹੈ? ਮੋਹਨ ਭੰਡਾਰੀ। ਮੈਨੂੰ ਟੈਗੋਰ ਬਣਾ ਦੇ ਮਾਂ ਕਹਾਣੀ ਦੇ ਪਾਤਰਾਂ ਦੇ ਨਾਮ ਦੱਸੋ ਕਿ ਇਸ ਕਹਾਣੀ ਦਾ ਮੁੱਖ ਪਾਤਰ ਕੌਣ ਹੈ? ਬਦਰੂ, ਭੱਠੇ ਦਾ ਮੁਨਸ਼ੀ, ਕਵੀ ਮਾਸਟਰ, ਬਜ਼ੁਰਗ ਕਵੀ, ਨੇਤਾ, ਬਦਰੂ ਦਾ ਪਿਓ, ਵੈਲੀ ਜੱਟ, ਬਦਰੂ ਦੀ ਮਾਂ। ਮੈਨੂੰ ਟੈਗੋਰ ਬਣਾ ਦੇ ਮਾਂ ਕਹਾਣੀ ਦੇ ਪਾਤਰ ਹਨ। ਬਦਰੂ ਇਸ ਕਹਾਣੀ ਦਾ ਮੁੱਖ ਪਾਤਰ ਹੈ। ਬਦਰੂ ਦਾ ਨਿੱਕੇ ਹੁੰਦੇ ਦਾ ਸਰੀਰ ਕਿਹੋ ਜਿਹਾ ਸੀ ਤੇ ਹੁਣ ਕਿਹੋ ਜਿਹਾ ਹੋ ਚੁੱਕਾ ਹੈ? ਬਦਰੂ ਦਾ ਨਿੱਕੇ ਹੁੰਦੇ ਦਾ ਸਰੀਰ ਭਰਵਾਂ, ਗੋਬਲਾ ਤੇ ਪਿਆਰਾ ਸੀ, ਪਰ ਹੁਣ ਉਹ ਧੁਆਂਖੀਆਂ ਹੋਇਆ ਹੱਡੀਆਂ ਦਾ ਨਿਰਾ ਪਿੰਜਰ ਦਿਖਾਈ ਦਿੰਦਾ ਹੈ। ਭੱਠੇ ਦਾ ਮੁਨਸ਼ੀ ਕਿਹੋ ਜਿਹਾ ਬੰਦਾ ਸੀ? ਭੱਠੇ ਦਾ ਮੁਨਸ਼ੀ ਅੱਗ ਦੀ ਨਾਲ ਸੀ। ਉਹ ਅਗਲੇ ਦੇ ਵਕਤ ਜਾਂ ਸੁੱਖ ਦੀ ਪਰਵਾਹ ਨਹੀਂ ਸੀ ਕਰਦਾ। ਉਹ ਬਦਰੂ ਨੂੰ ਹੁਣੇ ਆਇਆ ਕਹਿ ਕੇ ਘੰਟਾ ਭਰ ਪਰਤਿਆ ਨਹੀਂ ਸੀ। ਜੇਕਰ ਉਹ ਬਦਰੂ ਨੂੰ ਪਰਚੀ ਕੱਟ ਕੇ ਦੇ ਜਾਂਦਾ ਤਾਂ ਉਸ ਨੇ ਅੱਧੀ ਵਾਟ ਮੁਕਾ ਲੈਣੀ ਸੀ, ਪਰ ਉਹ ਮੁਨਸ਼ੀ ਦੇ ਨਾ ਆਉਣ ਕਰਕੇ ਫਸਿਆ ਬੈਠਾ ਸੀ। ਆਦਮੀ ਤੇ ਗਧੇ ਵਿੱਚ ਕੀ ਫਰਕ ਹੈ? ਆਦਮੀ ਬੇਇਨਸਾਫੀ ਵਿਰੁੱਧ ਆਵਾਜ਼ ਉਠਾਉਂਦਾ ਹੈ, ਪਰ ਗਧਾ ਨਹੀਂ, ਕਿਉਂਕਿ ਉਹ ਗਧਾ ਹੈ। ਆਦਮੀ ਆਪਣੇ ਅਧੀਨ ਕੰਮ ਕਰਨ ਵਾਲਿਆਂ ਨੂੰ ਵੀ ਗਧੇ ਸਮਝਦਾ ਹੈ, ਭਾਵੇਂ ਉਹ ਆਵਾਜ਼ ਉਠਾਉਂਦੇ ਹਨ, ਪਰ ਉਸ ਆਵਾਜ਼ ਦਾ ਕੀ ਫਾਇਦਾ ਜੋ ਸੁਣੀ ਨਹੀਂ ਜਾਂਦੀ। ਇਸ ਹਿਸਾਬ ਨਾਲ ਗਧੇ ਬੰਦੇ ਤੋਂ ਚੰਗੇ ਹਨ ਜਿਹੜੇ ਸਿਰ ਸੁੱਟ ਕੇ ਕੰਮ ਕਰਦੇ ਹਨ ਪਰ ਫਲ ਬਾਰੇ ਨਹੀਂ ਸੋਚਦੇ। ਬਦਰੂ ਦੇ ਕਵੀ ਮਾਸਟਰ ਨੇ ਉਸਦੀ ਕਵਿਤਾ ਬਾਰੇ ਕੀ ਕਿਹਾ ਸੀ? ਕਵੀ ਮਾਸਟਰ ਨੇ ਬਦਰੂ ਤੋਂ ਉਸਦੀ ਲਿਖੀ ਕਵਿਤਾ ਸੁਣ ਕੇ ਕਿਹਾ ਸੀ ਕਿ ਉਸ ਵਿੱਚ ਬਿਲਕੁਲ ਟੈਗੋਰ ਵਰਗਾ ਰੰਗ ਹੈ ਤੇ ਨਾਲ ਹੀ ਕਿਹਾ, ਬੇਟਾ ਤੂੰ ਟੈਗੋਰ ਬਣੇਗਾ, ਦਿਲ ਨਾ ਛੱਡੀ।
ਤੇ ਇਸ ਨਾਲ ਉਸਨੂੰ ਯਕੀਨ ਹੋ ਗਿਆ ਸੀ ਕਿ ਉਹ ਟੈਗੋਰ ਬਣ ਸਕਦਾ ਹੈ। ਉਸਨੇ ਇਹ ਵੀ ਕਿਹਾ ਕਿ ਕੁਝ ਦਿਨ ਪਹਿਲਾਂ ਸਕੂਲ ਵਿੱਚ ਆਏ ਬਜ਼ੁਰਗ ਕਵੀ ਦੀ ਕੋਈ ਕਵਿਤਾ ਵੀ ਉਸਦੀ ਕਵਿਤਾ ਵਰਗੀ ਨਹੀਂ ਸੀ। ਬਦਰੂ ਨੂੰ ਨੇਤਾ ਤੋਂ ਇਨਾਮ ਵਿੱਚ ਕੀ ਪ੍ਰਾਪਤ ਹੋਇਆ ਸੀ? ਬਦਰੂ ਨੂੰ ਨੇਤਾ ਤੋਂ ਮਿਲੇ ਇਨਾਮਾਂ ਨਾਲ ਉਸਦਾ ਪੱਲਾ ਭਰ ਗਿਆ ਸੀ। ਕੁਝ ਇਨਾਮ ਉਸਨੂੰ ਆਪਣੇ ਇੱਕ ਮਿੱਤਰ ਨੂੰ ਫੜਾਉਣੇ ਪਏ ਸਨ। ਉਹ ਸਕੂਲ ਵਿੱਚੋਂ ਫਸਟ ਆਇਆ ਸੀ ਤੇ ਕਵਿਤਾ ਦੇ ਮੁਕਾਬਲੇ ਵਿੱਚ ਵੀ ਫਸਟ ਰਿਹਾ ਸੀ। ਉਸ ਦਿਨ ਕਵੀ ਮਾਸਟਰ ਬਹੁਤ ਖੁਸ਼ ਸੀ। ਬਦਰੂ ਨੂੰ ਸਕੂਲ ਦੀ ਪੜ੍ਹਾਈ ਕਿਉਂ ਛੱਡਣੀ ਪਈ? ਇੱਕ ਦਿਨ ਅਚਾਨਕ ਬਦਰੂ ਦੇ ਪਿਓ ਦਾ ਪਾਸਾ ਮਾਰਿਆ ਗਿਆ, ਜਿਸ ਕਰਕੇ ਉਸਨੂੰ 8ਵੀਂ ਵਿੱਚੋਂ ਸਕੂਲ ਦੀ ਪੜ੍ਹਾਈ ਛੱਡਣੀ ਪਈ ਤੇ ਪਿਓ ਵਾਲਾ ਗਧੇ ਵਾਹੁਣ ਦਾ ਕੰਮ ਕਰਨਾ ਪਿਆ। ਕਵੀ ਮਾਸਟਰ ਨੇ ਉਸਦੇ ਪਿਓ ਨੂੰ ਬਥੇਰਾ ਕਿਹਾ ਕਿ ਉਹ ਉਸਨੂੰ ਘੱਟੋ ਘੱਟ 10ਵੀਂ ਕਰਾਵੇ, ਪਰ ਪਿਓ ਨੇ ਕਿਹਾ ਕਿ ਜਿੱਥੇ ਰੋਟੀ ਦਾ ਫਿਕਰ ਹੋਵੇ, ਪੜ੍ਹਾਈ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਬਦਰੂ ਨੂੰ ਕਦੋਂ ਆਪਣੇ ਅੰਦਰੋਂ ਅੱਧਾ ਟੈਗੋਰ ਮਰ ਗਿਆ ਪ੍ਰਤੀਤ ਹੋਇਆ। ਜਦੋਂ ਬਦਰੂ ਨੂੰ 8ਵੀਂ ਵਿੱਚ ਸਕੂਲ ਦੀ ਪੜ੍ਹਾਈ ਛੱਡ ਕੇ ਪਿਓ ਵਾਲੇ ਕੰਮ ਉੱਤੇ ਆਉਂਦਿਆਂ ਗਧੇ ਵਾਹੁਣੇ ਪਏ ਤਾਂ ਉਸ ਨੂੰ ਆਪਣੇ ਅੰਦਰੋਂ ਅੱਧਾ ਟੈਗੋਰ ਮਰ ਗਿਆ ਪ੍ਰਤੀਤ ਹੋਇਆ। ਸਕੂਲ ਦੀ ਕੰਧ ਉੱਤੇ ਟੈਗੋਰ ਦੇ ਕਿਹੜੇ ਸ਼ਬਦ ਲਿਖੇ ਹੋਏ ਸਨ? ਮਾਂ, ਇਹ ਤੇਰੇ ਸ਼ਾਹੀ ਬਸਤਰ ਤੇ ਹੀਰੇ ਜਵਾਹਰਾਂ ਦੀ ਮਾਲਾ ਪਾ ਕੇ ਮੈਂ ਕੀ ਕਰਾਂ? ਤੂੰ ਮੈਨੂੰ ਇਹਨਾਂ ਨਿਰਮੂਲ ਬੰਧਨਾਂ ਵਿੱਚ ਨਾ ਬੰਨ੍ਹ। ਮੈਂ ਤਾਂ ਸੰਸਾਰ ਦੇ ਮੇਲੇ ਦੀ ਜੀਵਨ ਦਾ ਇੱਕ ਧੂੜ ਵਿੱਚ ਖੇਡਣਾ ਚਾਹੁੰਦਾ ਹਾਂ। ਕਵੀ ਮਾਸਟਰ ਬਦਰੂ ਦੀ ਕਵਿਤਾ ਨੂੰ ਚੰਗੀ ਕਹਿਣੋਂ ਕਿਉਂ ਹਟ ਗਿਆ ਸੀ? ਬਦਰੂ ਹਰ ਵਿਸ਼ੇ ਉੱਤੇ ਚੰਗੀ ਤੋਂ ਚੰਗੀ ਕਵਿਤਾ ਲਿਖਣ ਲੱਗ ਪਿਆ ਸੀ, ਪਰ ਹੁਣ ਕਵੀ ਮਾਸਟਰ ਉਸਦੀ ਕਵਿਤਾ ਦੀ ਪ੍ਰਸ਼ੰਸਾ ਨਹੀਂ ਸੀ ਕਰਦਾ। ਸ਼ਾਇਦ ਉਹ ਉਸਨੂੰ ਸਦਾ ਧੂੜ ਵਿੱਚ ਰਹਿਣ ਵਾਲਾ ਇੱਕ ਘਟੀਆ ਘੁਮਿਆਰ ਸਮਝਦਾ ਸੀ, ਜਦਕਿ ਟੈਗੋਰ ਸਦਾ ਧੂੜ ਵਿੱਚ ਖੇਡਣ ਲਈ ਤਰਲੋ ਮੱਛੀ ਹੁੰਦਾ ਰਿਹਾ। ਵੈਲੀ ਜੱਟ ਨੇ ਬਦਰੂ ਨੂੰ ਕਿਉਂ ਮਾਰਿਆ ਸੀ? ਬਦਰੂ ਇੱਕ ਅਜਿਹਾ ਗੀਤ ਗਾਉਣ ਵਿੱਚ ਮਸਤ ਸੀ ਜੋ ਪਹਿਲਾਂ ਕਦੇ ਕਿਸੇ ਨੇ ਗਾਇਆ ਹੀ ਨਹੀਂ ਸੀ, ਪਰ ਉਸਦੇ ਗਧੇ ਕਿਸੇ ਜੱਟ ਦੇ ਖੇਤ ਵਿੱਚ ਜਾ ਵੜੇ। ਗਧਿਆਂ ਨੂੰ ਖੇਤ ਉਜਾੜਦੇ ਦੇਖ ਕੇ ਜੱਟ ਨੇ ਆ ਕੇ ਬਦਰੂ ਦੇ ਹੁਰੇ ਮਾਰਨੇ ਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਗੱਡੇ ਦਾ ਜਾਤੂ ਕੱਢ ਕੇ ਉਸਨੂੰ ਮਾਰਨ ਦੌੜਿਆ। ਮੈਨੂੰ ਟੈਗੋਰ ਬਣਾ ਦੇ ਮਾਂ ਕਹਾਣੀ ਦਾ ਵਿਸ਼ਾ ਵਸਤੂ ਕੀ ਹੈ? ਮੈਨੂੰ ਟੈਗੋਰ ਬਣਾ ਦੇ ਮਾਂ ਕਹਾਣੀ ਦਾ ਵਿਸ਼ਾ ਵਸਤੂ ਮੁਸ਼ੱਕਤ ਤੇ ਹੀਨਤਾ ਭਾਵ ਦੇ ਭਾਰ ਹੇਠ ਦੱਬੇ ਇੱਕ ਪ੍ਰਤਿਭਾਸ਼ਾਲੀ ਕਵੀ ਦਾ ਦੁਖਾਂਤ ਹੈ। ਮੈਨੂੰ ਟੈਗੋਰ ਬਣਾ ਦੇ ਮਾਂ ਕਹਾਣੀ ਦਾ ਉਦੇਸ਼। ਮੈਨੂੰ ਟੈਗੋਰ ਬਣਾ ਦੇ ਮਾਂ ਕਹਾਣੀ ਦਾ ਉਦੇਸ਼ ਇਹ ਦੱਸਣਾ ਹੈ ਕਿ ਗਰੀਬੀ ਤੇ ਮੁਸ਼ੱਕਤ ਕਿਸੇ ਵਿਅਕਤੀ ਦੀ ਪ੍ਰਤਿਭਾ ਨੂੰ ਪ੍ਰਫੁੱਲਿਤ ਨਹੀਂ ਹੋਣ ਦਿੰਦੇ ਤੇ ਉਸਦੇ ਮਨ ਵਿੱਚ ਰਹਿ ਜਾਂਦੀਆਂ ਹਨ। ਕੀ ਮੈਨੂੰ ਟੈਗੋਰ ਬਣਾ ਦੇ ਮਾਂ ਕਹਾਣੀ ਦਾ ਇਹ ਸਿਰਲੇਖ ਢੁਕਵਾਂ ਹੈ? ਮੈਨੂੰ ਟੈਗੋਰ ਬਣਾ ਦੇ ਮਾਂ ਕਹਾਣੀ ਦਾ ਇਹ ਸਿਰਲੇਖ ਇਸਦੇ ਮੁੱਖ ਪਾਤਰ ਬਦਰੂ ਦੀ ਇੱਛਾ ਦੇ ਆਧਾਰ 'ਤੇ ਰੱਖਿਆ ਗਿਆ ਹੈ, ਜੋ ਉਸਨੇ ਆਪਣੇ ਕਵੀ ਮਾਸਟਰ ਤੋਂ ਆਪਣੀ ਕਵਿਤਾ ਦੀ ਪ੍ਰਸ਼ੰਸਾ ਸੁਣ ਕੇ ਆਪਣੀ ਮਾਂ ਦੇ ਗਲ ਵਿੱਚ ਬਾਹਾਂ ਪਾ ਕੇ ਪ੍ਰਗਟ ਕੀਤੀ ਸੀ। ਉਸਦੀ ਇਹ ਪ੍ਰਤਿਭਾ ਉਸਦੀ ਮੁਸ਼ੱਕਤ ਤੇ ਗਰੀਬੀ ਦੇ ਭਾਰ ਹੇਠ ਹੀ ਦੱਬ ਕੇ ਰਹਿ ਗਈ। ਮੁੱਖ ਪਾਤਰ ਦੀ ਇੱਛਾ ਦੇ ਆਧਾਰ 'ਤੇ ਰੱਖਿਆ ਹੋਣ ਕਰਕੇ ਇਸਦਾ ਇਹ ਸਿਰਲੇਖ ਢੁਕਵਾਂ ਹੈ। ਬਦਰੂ ਦਾ ਚਰਿੱਤਰ ਚਿੱਤਰਣ। ਬਦਰੂ ਮੈਨੂੰ ਟੈਗੋਰ ਬਣਾ ਦੇ ਮਾਂ ਕਹਾਣੀ ਦਾ ਮੁੱਖ ਪਾਤਰ ਹੈ। ਉਹ ਇੱਕ ਘੁਮਿਆਰ ਸੀ। ਨਿੱਕੇ ਹੁੰਦਿਆਂ ਉਸਦਾ ਸਰੀਰ ਗੋਬਲਾ ਤੇ ਪਿਆਰਾ ਸੀ, ਪਰ ਹੁਣ ਉਹ ਹੱਡੀਆਂ ਦਾ ਪਿੰਜਰ ਸੀ। ਉਹ ਇੱਕ ਹੋਣਹਾਰ ਵਿਦਿਆਰਥੀ ਸੀ। ਕਵਿਤਾ ਤੇ ਖੇਡ ਮੁਕਾਬਲਿਆਂ ਵਿੱਚ ਫਸਟ ਰਹਿਣ ਕਰਕੇ ਉਸਨੂੰ ਇੱਕ ਨੇਤਾ ਤੋਂ ਬਹੁਤ ਸਾਰੇ ਇਨਾਮ ਮਿਲੇ ਸਨ। ਉਸਦੀ ਆਰੰਭਿਕ ਕਵਿਤਾ ਵਿੱਚ ਉਸਦੇ ਕਵੀ ਮਾਸਟਰ ਨੂੰ ਟੈਗੋਰ ਵਰਗਾ ਰੰਗ ਦਿਸਿਆ ਸੀ। ਪਿਓ ਦੀ ਬਿਮਾਰੀ ਕਾਰਨ ਉਸਨੂੰ 8ਵੀਂ ਵਿੱਚ ਹੀ ਪੜ੍ਹਾਈ ਛੱਡਣੀ ਪਈ ਤੇ ਪਿਤਾ ਦੇ ਕਿੱਤੇ ਨੂੰ ਅਪਣਾਉਂਦਿਆਂ ਗਧੇ ਵਾਹੁਣੇ ਪਏ। ਹੁਣ ਉਹ ਹਰ ਵਿਸ਼ੇ ਉੱਤੇ ਚੰਗੀ ਕਵਿਤਾ ਲਿਖ ਸਕਦਾ ਸੀ, ਪਰ ਉਸਦਾ ਕਵੀ ਮਾਸਟਰ ਉਸਦੀ ਪ੍ਰਸ਼ੰਸਾ ਨਹੀਂ ਸੀ ਕਰਦਾ। ਫਿਰ ਜਦੋਂ ਉਹ ਅਜਿਹਾ ਗੀਤ ਗਾਉਂਦਾ ਹੈ ਜੋ ਪਹਿਲਾਂ ਕਦੇ ਕਿਸੇ ਨੇ ਗਾਇਆ ਹੀ ਨਹੀਂ ਸੀ, ਤਾਂ ਉਸਦੇ ਗਧਿਆਂ ਦੇ ਆਪਣੇ ਖੇਤਾਂ ਦਾ ਨੁਕਸਾਨ ਕਰਨ ਵਾਲੇ ਕਰਕੇ ਇੱਕ ਵੈਲੀ ਜੱਟ ਉਸਦੀ ਕੁੱਟਮਾਰ ਕਰਦਾ ਹੈ। ਇਸ ਤਰ੍ਹਾਂ ਬਦਰੂ ਦੀ ਪ੍ਰਤਿਭਾ ਮੁਸ਼ੱਕਤ ਤੇ ਹੀਨਤਾ ਭਾਵ ਹੇਠ ਹੀ ਦੱਬੀ ਰਹਿ ਜਾਂਦੀ ਹੈ। ਇਸ ਤਰ੍ਹਾਂ ਉਹ ਇੱਕ ਦੁਖਾਂਤਕ ਪਾਤਰ ਹੈ। ਮੋਹਨ ਭੰਡਾਰੀ ਦੀਆਂ ਕਿਸੇ ਦੋ ਕਹਾਣੀਆਂ ਦੇ ਨਾਮ। ਮੈਨੂੰ ਟੈਗੋਰ ਬਣਾ ਦੇ ਮਾਂ, ਘੋਟਨਾ।